परम सत्कारयोग सतगुरां दी साजी और नवाजी हुई साध संगत जीओ, कई दिनों तो लैके आपां सतगुरु माता गुजर कौर दे अखियां दे तारे, गुरु तेग बहादुर महाराजिਆਂ ਦੇ ਪੁੱਤਰ ਪੁੱਤਰਾਂ ਦੇ ਦਾਨੀ, ਨੀਲੇ ਦੇ ਸਾਜ ਸਵਾਰ ਆਨੰਦਪੁਰ ਦੇ ਵਾਸੀ, ਪਟਨੇ ਦੇ ਮਾਹੀ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜਿਆਂ ਦੇ ਜੀਵਨ ਦੀ ਕਥਾ ਕਰਦੇ ਆ ਰਹੇ ਹਾਂ। 2 दिन ਆਸਾ ਦੀ ਵਾਰ ਦਾ ਕੀਰਤਨ ਹੋਇਆ। ਉਸ ਤੋਂ ਪਿੱਛੇ ਕਥਾ ਚੱਲ ਰਹੀ ਸੀ ਭੰਗਾਣੀ ਦਾ ਯੁੱਧ ਜਿੱਤਿਆ ਅਤੇ ਨਾਹਣ ਤੋਂ ਆਨੰਦਪੁਰ ਸਾਹਿਬ ਨੂੰ ਵਾਪਸ ਆਉਣਾ। दोहरा युद्ध जीत आए जबै टिके न तिनपुर पाव, कह लूर में बांध्यो आन आनंदपुर गाव। जदों जोधे जित के आए तां फिर उन्हां ने पौंटा साहिब विच पैर न टिके। आनंदपुर साहिब जान नूं उतावले हो गए ਅਤੇ ਕਹਿਲੂਰ ਦੀ ਰਿਆਸਤ ਵਿੱਚ ਵਾਪਸ ਆਣ ਆਨੰਦਪੁਰ ਨਗਰ ਨੂੰ ਵਸਾਉਣਾ ਕੀਤਾ। ਪੌਂਟਾ ਸਾਹਿਬ ਤੋਂ ਯੁੱਧ ਜਿੱਤ ਕੇ ਛੇਤੀ ਹੀ ਵਾਪਸ ਆਨੰਦਪੁਰ ਸਾਹਿਬ ਪਹੁੰਚ ਕੇ ਉੱਥੋਂ ਦੀ ਤਕੜਾਈ ਕਰ ਲੈਣ ਤੋਂ ਸਤਿਗੁਰੂ ਜੀ ਦਾ ਭਾਵ ਇਹ ਪ੍ਰਤੀਤ ਹੁੰਦਾ ਹੈ ਕਿ ਪੌਂਟਾ ਸਾਹਿਬ ਤੋਂ ਹਾਰ ਖਾ ਕੇ ਖਿਜਿਆ ਹੋਇਆ ਭੀਮ ਚੰਦ ਅਤੇ ਉਸਦੇ ਹੋਰ ਸਾਥੀ ਸਾਡੀ ਗੈਰ ਹਾਜ਼ਰੀ ਵਿੱਚ ਆਨੰਦਪੁਰ ਤੇ ਕਬਜ਼ਾ ਨਾ ਕਰ ਲੈਣ ਅਤੇ ਫਿਰ ਸਾਨੂੰ ਆਪਣਾ ਨਗਰ ਉਹਨਾਂ ਤੋਂ ਛਡਾਉਣ ਵਾਸਤੇ ਲੜਾਈ ਨਾ ਕਰਨੀ ਪਵੇ। ਇਸ ਤਰ੍ਹਾਂ ਯੋਧਿਆਂ ਦੇ ਉਤਾਵਲੇਪਨ ਨੂੰ ਠੰਡਾ ਕਰਨ ਵਾਸਤੇ ਅਤੇ ਆਨੰਦਪੁਰ ਸਾਹਿਬ ਦੀ ਸੰਭਾਲ ਕਰਨ ਵਾਸਤੇ ਸਤਿਗੁਰੂ ਜੀ ਨੇ माल असबाब ते घर बार की पूरी तैयारी करके पौंटे साहिब तो आनंदपुर साहिब नूं चाले पा दिते। तुरन समय सतगुरु जी ने रणजीत नंगारे ते बड़े जोर नाल चोटा मरवा के नेड़े तेड़े दे सारे पहाड़ी इलाके विच गूंज पा दिती। ਪਹਿਲਾ ਨਗਾਰੇ ਦੀ ਧੁਨਕਾਰ ਹੋਵੇ ਅਤੇ ਪਿੱਛੋਂ ਪਹਾੜੀ ਦੂਨਾਂ ਦੀ ਗੁੰਜਾਰ ਨਾਲ ਕਮਜ਼ੋਰ ਦਿਲਾਂ ਦੇ ਹਿੱਲ ਗਏ। ਕਮਜ਼ੋਰ ਦਿਲ ਹਿੱਲ ਗਏ। ਪਹਾੜੀ ਰਾਜੇ ਫਿਰ ਡਰ ਕੇ ਇਕੱਠੇ ਹੋ ਕੇ ਸਲਾਹਾਂ ਕਰਨ ਲੱਗੇ ਕਿ ਹੁਣ ਗੁਰੂ ਜੀ ਸਾਡੇ ਰਾਜ ਹੀ ਨਾ ਕਿਤੇ ਖੋਹ ਲੈਣਾ। ਪਰ ਪਿੱਛੋਂ ਜਦ ਉਹਨਾਂ ਨੂੰ ਆਪਣੇ ਆਦਮੀਆਂ ਰਾਹੀਂ ਪਤਾ ਲੱਗਾ ਕਿ ਗੁਰੂ ਜੀ ਆਨੰਦਪੁਰ ਸਾਹਿਬ ਨੂੰ ਜਾ ਰਹੇ ਹਨ ਤਾਂ ਫਿਰ ਉਹਨਾਂ ਨੂੰ ਸੁੱਖ ਦਾ ਸਾਹ ਆਇਆ। ਫੱਟੜ ਸਿੰਘਾਂ ਦੀ ਮੱਲਮ ਪੱਟੀ ਕਰਦੇ ਕਰਾਉਂਦੇ ਗੁਰੂ ਜੀ ਆਪਣੇ ਡੇਰੇ ਨੂੰ ਲੈ ਕੇ ਹੌਲੀ ਹੌਲੀ ਤੁਰੇ ਜਾ ਰਹੇ ਸਨ।
ਜਿੱਥੇ ਪਿੰਡ ਦੇ ਪਾਸ ਖੁੱਲੇ ਥਾਂ ਗੁਰੂ ਜੀ ਡੇਰਾ ਲਾ ਕੇ ਰਾਤ ਵਿਸਰਾਮ ਕਰਦੇ ਸਨ। ਪਿੰਡਾਂ ਦੇ ਲੋਕ ਅੰਨ ਦਾਣੇ ਤੇ ਦੁੱਧ ਆਦਿਕ ਹਰ ਪ੍ਰਕਾਰ ਦੀ ਸੇਵਾ ਕਰਕੇ ਸਤਿਗੁਰੂ ਜੀ ਦੀਆਂ ਖੁਸ਼ੀਆਂ ਲੈਂਦੇ ਸਨ। ਜਦ ਗੁਰੂ ਜੀ ਸੰਢੌਰੇ ਤੋਂ ਲੰਘ ਗਏ ਤਾਂ ਨਾਹਣ ਦੇ ਰਾਜਾ ਮੇਦਨੀ ਪ੍ਰਕਾਸ਼ ਨੇ ਆਪਣੇ ਵਜ਼ੀਰ ਨੂੰ ਭੇਜ ਕੇ ਬੇਨਤੀ ਕੀਤੀ ਕਿ ਮੈਨੂੰ ਤੁਹਾਡੇ ਦਰਸ਼ਨ ਕਰਨ ਦਾ ਸਮਾਂ ਨਹੀਂ ਮਿਲਿਆ, ਕਿਰਪਾ ਕਰਕੇ ਲਾਹੜਪੁਰ ਪਿੰਡ ਦੇ ਨੇੜੇ 2-3 ਦਿਨ ਵਾਸਤੇ ਡੇਰਾ ਕਰ ਲਵੋ। ਮੈਂ ਆਣ ਕੇ ਦਰਸ਼ਨ ਕਰਕੇ ਤੁਹਾਡੀਆਂ ਖੁਸ਼ੀਆਂ ਲੈ ਲਵਾਂ। ਜਦ ਫਿਰ ਤੁਸੀਂ ਅੱਗੇ ਜਾਣਾ। ਰਾਜੇ ਦੀ ਬੇਨਤੀ ਪ੍ਰਵਾਨ ਕਰਕੇ ਸਤਿਗੁਰੂ ਜੀ ਨੇ ਉੱਥੇ ਦਰਖਤਾਂ ਦੀ ਛਾਂ ਅਤੇ ਪਹਾੜੀ ਪਾਣੀ ਦਾ ਨਾਲਾ ਦੇਖ ਕੇ ਡੇਰਾ ਕਰ ਲਿਆ। ਦੂਸਰੇ ਦਿਨ ਸਤਿਗੁਰੂ ਜੀ ਨੇ ਨੰਦ ਚੰਦ ਦੀ ਅਗਵਾਈ ਹੇਠਾਂ ਥੋੜੇ ਜਿਹੇ ਯੋਧੇ ਪਾਸ ਰੱਖ ਕੇ ਬਾਕੀ ਸਾਰਾ ਡੇਰਾ ਫੱਟੜਾ ਸਹਿਤ ਮਾਮਾ ਕਿਰਪਾਲ ਚੰਦ ਜੀ ਦੀ ਅਗਵਾਈ ਵਿੱਚ ਆਨੰਦਪੁਰ ਸਾਹਿਬ ਭੇਜ ਦਿੱਤਾ। ਸਤਿਗੁਰੂ ਜੀ ਨਾਹਣ ਪਤੀ ਨੂੰ ਲਗਾਤਾਰ 12 ਦਿਨ ਉਡੀਕਦੇ ਰਹੇ। 12 ਦਿਨ ਉਡੀਕਦੇ ਰਹੇ, ਪਰ ਉਹ ਦੂਜੇ ਪਹਾੜੀ ਰਾਜੇ ਤੋਂ ਡਰਦਾ ਗੁਰੂ ਜੀ ਨੂੰ ਆਪ ਮਿਲਣ ਨਾ ਆਇਆ, ਪਰ ਆਪਣੇ ਵਜ਼ੀਰ ਨੂੰ ਰੋਜ਼ ਹੀ ਗੁਰੂ ਜੀ ਪਾਸ ਅੱਜ ਕੱਲ ਆਉਣ ਦਾ ਇਕਰਾਰ ਕਰਕੇ ਭੇਜਦਾ ਰਿਹਾ। ਅੰਤ ਨੂੰ ਰਾਜੇ ਨੇ ਆਪਣੇ ਵਜ਼ੀਰ ਨੂੰ ਸਤਿਗੁਰੂ ਜੀ ਪਾਸ ਬਹੁਤ ਪ੍ਰਕਾਰ ਦੀ ਭੇਟਾ ਦੇ ਕੇ ਭੇਜ ਦਿੱਤਾ ਅਤੇ ਆਪ ਹਾਜ਼ਰ ਨਾ ਹੋਣ ਸਕਣ ਦੀ ਮਾਫੀ ਲਈ। ਸਤਿਗੁਰੂ ਜੀ ਨੇ ਵਜ਼ੀਰ ਨੂੰ ਕਿਹਾ, ਰਾਜੇ ਦੂਜੇ ਡੇਰਿਆਂ ਤੋਂ ਡਰ ਗਿਆ ਹੈ, ਉਸਨੇ ਸਾਨੂੰ ਨਾ ਮਿਲ ਕੇ ਚੰਗਾ ਨਹੀਂ ਕੀਤਾ। ਮਹਾਰਾਜ ਜੀ ਕਹਿੰਦੇ ਸਾਨੂੰ ਮਿਲ ਕੇ ਰਾਜੇ ਨੇ ਚੰਗਾ ਨਹੀਂ ਕੀਤਾ। ਜਿੱਥੇ ਸਤਿਗੁਰੂ ਜੀ ਨੇ 12 ਦਿਨ ਡੇਰਾ ਕਰਕੇ ਰਾਜੇ ਨਾਹਣ ਦੀ ਉਡੀਕ ਕੀਤੀ, ਉੱਥੇ ਗੁਰਦੁਆਰਾ ਟੋਟਾ ਸਾਹਿਬ ਬਿਰਾਜਮਾਨ ਹੈ। ਗੁਰਦੁਆਰਾ ਟੋਟਾ ਸਾਹਿਬ, ਇੱਥੇ ਵੀ ਮੈਂ ਸੰਗਤਾਂ ਜਦੋਂ ਅਸੀਂ ਸਿਰ ਮਾਜਰੇ ਰਹਿੰਦੇ ਸੀ, ਇਹ ਪਾਉਂਟਾ ਸਾਹਿਬ ਦੀਆਂ ਜਿੰਨੇ ਵੀ ਗੁਰਦੁਆਰਾ ਸਾਹਿਬ, ਟੋਟਾ ਸਾਹਿਬ, ਟੋਕਾ ਸਾਹਿਬ, ਜਿੰਨੇ ਵੀ ਨੇੜੇ ਨੇੜੇ ਇਹ ਗੁਰਦੁਆਰਾ ਸਾਹਿਬ ਸੀ ਜਿੱਥੇ ਮਹਾਰਾਜ ਨੇ ਸ਼ੇਰ ਮਾਰਿਆ ਨਾਹਣ ਦੇ ਵਿੱਚ, ਇਹ ਸਾਰੇ ਗੁਰਦੁਆਰਿਆਂ ਦੇ ਦਰਸ਼ਨ ਕਰਵਾ ਕੇ ਅਸੀਂ ਲੈ ਕੇ ਆਏ ਸੀ। ਤਾਂ ਇੱਥੇ ਜਿੱਥੇ ਗੁਰਮੁਖ ਪਿਆਰੇ ਰੁਕੇ ਸਨ ਗੁਰੂ ਮਹਾਰਾਜ ਜੀ, ਉੱਥੇ ਵੀ ਗੁਰਦੁਆਰਾ ਟੋਟਾ ਸਾਹਿਬ ਬਿਰਾਜਮਾਨ ਹੈ। ਇਹਦੇ ਨੇੜੇ ਇੱਕ ਰੰਗੜਾਂ ਦਾ ਤੇ ਇੱਕ ਫਕੀਰਾਂ ਦਾ ਪਿੰਡ ਸੀ। ਰੰਗੜਾਂ ਨੇ ਸਤਿਗੁਰੂ ਜੀ ਦੇ ਡੇਰੇ ਦੇ 2 ਊਠ ਚੁਰਾ ਲਏ। ਸਤਿਗੁਰੂ ਜੀ ਦੇ ਡੇਰੇ ਦੇ 2 ਊਠ ਚੁਰਾ ਲਏ ਸਨ, ਜੋ ਫਕੀਰਾਂ ਦੀ ਸਹਾਇਤਾ ਨਾਲ ਰੰਗੜਾਂ ਦੇ ਘਰ ਦੀ ਤਲਾਸ਼ੀ ਲੈ ਕੇ ਗੁਰੂ ਜੀ ਨੇ ਵਾਪਸ ਲੈ ਲਏ ਸਨ। ਤਾਂ ਗੁਰਮੁਖ ਪਿਆਰਿਓ, ਇਸ ਕਰਕੇ ਰੰਗੜਾਂ ਦੇ ਪਿੰਡ ਦਾ ਨਾਮ ਸਤਿਗੁਰੂ ਜੀ ਨੇ ਟੋਟਾ ਤੇ ਫਕੀਰਾਂ ਦਾ ਨਾਮ ਲਾਹਾ ਰੱਖ ਕੇ ਵਰ ਦਿੱਤਾ।
ਇਹ ਪਿੰਡ ਦਾ ਨਾਮ ਮਹਾਰਾਜ ਜੀ ਨੇ ਟੋਟਾ ਹੀ ਰੱਖਤਾ। ਤੇ ਜਿਹੜਾ ਫਕੀਰ ਸਨ, ਜਿਹੜੇ ਊਠ ਵਾਪਸ ਲੈ ਕੇ ਆਏ ਸਨ, ਉਹਨਾਂ ਦਾ ਨਾਮ ਲਾਹਾ ਰੱਖ ਕੇ ਵਰ ਦਿੱਤਾ। ਰੰਗੜਾਂ ਦਾ ਸਦਾ ਘਾਟੇ ਵਿੱਚ ਰਹਿਣਗੇ। ਮਹਾਰਾਜ ਜੀ ਕਹਿੰਦੇ ਰੰਗੜ ਸਦਾ ਘਾਟੇ ਵਿੱਚ ਰਹਿਣਗੇ ਤੇ ਫਕੀਰ ਸਦਾ ਲਾਭ ਵਿੱਚ। ਸੋ ਸਤਿਗੁਰੂ ਜੀ ਦੇ ਬਾਗ ਅਟਲ ਸਤ ਹੋਏ ਕਥਨ ਕੀਤੇ ਜਾਂਦੇ ਹਨ। ਰਾਜੇ ਨੂੰ 12 ਦਿਨ ਉਡੀਕ ਕੇ ਸਤਿਗੁਰੂ ਜੀ ਅਨੰਦਪੁਰ ਸਾਹਿਬ ਨੂੰ ਚੱਲ ਪਏ। ਰਸਤੇ ਵਿੱਚ ਇੱਕ ਪਿੰਡ ਰਾਏਪੁਰ ਸੀ। ਉੱਥੋਂ ਦੀ ਰਾਣੀ ਨੇ ਸਤਿਗੁਰੂ ਜੀ ਨੂੰ ਬੜੀ ਸਰਧਾ ਭਾਵਨਾ ਦੇ ਨਾਲ ਸੇਵਾ ਕੀਤੀ। ਦੂਜੇ ਦਿਨ ਰਾਣੀ ਨੇ ਆਪਣੇ ਕਿਲੇ ਵਿੱਚ ਸਤਿਗੁਰੂ ਜੀ ਨੂੰ ਪ੍ਰਸਾਦ ਛਕਾਇਆ। ਪ੍ਰਸਾਦ ਛਕ ਕੇ ਜਦ ਆਪ ਜੀ ਨੇ ਚੂੜਾ ਕਰ ਲਿਆ, ਭਾਵ ਕੇ ਹੱਥ ਧਵਾਏ, ਤਾਂ ਰਾਣੀ ਨੇ ਰੁਪਈਆਂ ਦੀ ਇੱਕ ਥੈਲੀ ਸਤਿਗੁਰੂ ਜੀ ਨੂੰ ਭੇਟਾ ਕਰਕੇ ਮੱਥਾ ਟੇਕਿਆ ਅਤੇ ਆਪਣੇ ਪੁੱਤਰ ਦਾ ਹੱਥ ਫੜ ਕੇ ਸਤਿਗੁਰੂ ਜੀ ਦੇ ਚਰਨਾਂ ਤੇ ਪਾ ਦਿੱਤਾ। ਸਤਿਗੁਰੂ ਜੀ ਨੇ ਖੁਸ਼ ਹੋ ਕੇ ਅਸੀਸ ਦਿੱਤੀ ਅਤੇ ਰਾਣੀ ਨੂੰ ਆਖਿਆ ਕਿ ਇਸ ਦੇ ਸਿਰ ਤੇ ਕੇਸ ਰੱਖੋ ਤੇ ਇਸ ਨੂੰ ਸ਼ਾਸਤਰ ਵਿਦਿਆ ਵਿੱਚ ਨਿਪੁੰਨ ਕਰੋ। ਸਿਰ ਦੇ ਉੱਤੇ ਕੇਸ ਰੱਖੋ, ਇਹਨੂੰ ਸ਼ਾਸਤਰ ਵਿਦਿਆ ਸਿਖਾਓ, ਸ਼ਾਸਤਰ ਚਲਾਉਣੇ ਸਿਖਾਓ। ਰਾਣੀ ਨੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਮਹਾਰਾਜ ਜੀ, ਤੁਰਕ ਰਾਜ ਦਾ ਬੜਾ ਜ਼ੋਰ ਹੈ। ਉਹ ਮੇਰੇ ਪੁੱਤਰ ਦੇ ਸਿਰ ਤੇ ਕੇਸ ਵੇਖ ਕੇ ਕੋਈ ਬੇਨਾਹ ਨਾ ਕਰ ਦੇਣ। ਸਤਿਗੁਰੂ ਜੀ ਨੇ ਫਰਮਾਇਆ, ਡਰੋ ਨਹੀਂ, ਡਰੋ ਨਾ। ਇਨ੍ਹਾਂ ਤੁਰਕਾਂ ਦਾ ਥੋੜ੍ਹੇ ਦਿਨਾਂ ਦਾ ਹੀ ਰਾਜ ਹੈ। ਜੇ ਇਸ ਦਾ ਤੁਸੀਂ ਸਿੰਘ ਨਾਮ ਰੱਖ ਦਿਓ ਤਾਂ ਜਦ ਸਾਡੇ ਪੰਥ ਦਾ ਰਾਜ ਹੋਵੇਗਾ ਤਦੋਂ ਤੁਹਾਡੀ ਬੰਸ ਬੜਾ ਵਧੇ ਫੁੱਲੇਗੀ। ਤੁਹਾਡਾ ਰਾਜ ਜਿਉਂ ਦਾ ਤਿਉਂ ਹੀ ਬਣਿਆ ਰਹੇਗਾ ਅਤੇ ਖਾਲਸੇ ਨਾਲ ਮਿਲ ਕੇ ਤੁਹਾਨੂੰ ਸਾਰੇ ਸੁੱਖ ਦੀ ਪ੍ਰਾਪਤੀ ਹੋਏਗੀ। ਫਿਰ ਸਤਿਗੁਰੂ ਜੀ ਨੇ ਖੁਸ਼ ਹੋ ਕੇ ਆਪਣੀ ਇੱਕ ਢਾਲ ਤੇ ਤਲਵਾਰ ਰਾਣੀ ਦੇ ਪੁੱਤਰ ਨੂੰ ਦਿੱਤੀ ਤੇ ਹੁਕਮ ਕੀਤਾ ਕਿ ਇਹਨਾਂ ਨੂੰ ਪਵਿੱਤਰ ਸਥਾਨ ਤੇ ਰੱਖ ਕੇ ਸਤਿਕਾਰ ਨਾਲ ਫੁੱਲ ਧੂਪ ਦੇ ਕੇ ਪੂਜਾ ਕਰਨੀ। ਜਦ ਕਦੀ ਕੋਈ ਭੀੜ ਪਵੇ ਤਾਂ ਕੜਾਹ ਪ੍ਰਸਾਦ ਇਹਨਾਂ ਦੇ ਅੱਗੇ ਰੱਖ ਕੇ ਅਰਦਾਸ ਕਰਨੀ। ਸਭ ਆਪਦਾ ਮਿਟ ਜਾਏਗੀ ਤੇ ਤੁਹਾਡੀ ਅਭਿਲਾਖਾ ਪੂਰੀ ਹੋ ਜਾਏਗੀ। ਕਹਿੰਦੇ ਤੁਹਾਡੀ ਜਿਹੜੀ ਇੱਛਾ ਹੈ ਮਨ ਦੀ, ਉਹ ਇੱਛਾ ਪੂਰੀ ਹੋ ਜਾਏਗੀ। ਗੁਰੂ ਤੁਹਾਡਾ ਰਾਖਾ ਹੋਵੇਗਾ। ਰਾਣੀ ਨੇ ਬੜੇ ਸਤਿਕਾਰ ਦੇ ਨਾਲ ਸਤਿਗੁਰੂ ਜੀ ਤੋਂ ਸ਼ਾਸਤਰ ਲੈ ਕੇ ਮੱਥਾ ਟੇਕਿਆ ਤੇ ਆਪਣੇ ਪੁੱਤਰ ਦੇ ਸਿਰ ਸੁਹਾ ਕੇ ਸੁੰਦਰ ਪਲੰਗ ਦੇ ਉੱਤੇ ਵਿਛਾਉਣਾ ਵਿਛਾ ਕੇ, ਚਾਦਰ ਵਿਛਾ ਕੇ ਉੱਪਰ ਰੱਖ ਦਿੱਤੇ, ਕਿਰਪਾਨ ਤੇ ਢਾਲ। ਇਸ ਤਰ੍ਹਾਂ ਰਾਣੀ ਨੂੰ ਵਰਦਾਨ ਦੇ ਕੇ ਸਤਿਗੁਰੂ ਜੀ ਅੱਗੇ ਕੂਚ ਕਰਕੇ ਕੀਰਤਪੁਰ ਸਾਹਿਬ ਪਹੁੰਚ ਗਏ। ਕੀਰਤਪੁਰ ਤੋਂ ਆਨੰਦਪੁਰ ਸਾਹਿਬ ਪਹੁੰਚਣਾ। ਸਤਿਗੁਰੂ ਜੀ ਰਾਏਪੁਰ ਤੋਂ ਚੱਲ ਕੇ ਹੌਲੀ ਹੌਲੀ ਡੇਰਾ ਕਰਦੇ ਸੰਗਤਾਂ ਦੀਆਂ ਅਨੇਕ ਪ੍ਰਕਾਰ ਦੀਆਂ ਧਨ, ਵਸਤਰ, ਦੁੱਧ, ਦਹੀਂ, ਦਾਣਾ ਆਦਿ ਭੇਟਾ ਲੈ ਕੇ ਉਹਨਾਂ ਨੂੰ ਨਿਹਾਲ ਕਰਦੇ ਹੋਏ ਕੀਰਤਪੁਰ ਪਹੁੰਚ ਗਏ।
ਕੀਰਤਪੁਰ ਆਪ ਜੀ ਨੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਸਥਾਨ ਤੇ ਦੀਵਾਨ ਲਗਵਾਇਆ। ਰਵਾਬੀਆਂ ਨੇ ਕੀਰਤਨ ਕੀਤਾ। ਆਈਆਂ ਸੰਗਤਾਂ ਨੂੰ ਕੜਾਹ ਪ੍ਰਸਾਦ ਦੇ ਖੁੱਲੇ ਗੱਫੇ ਵਰਤਾਏ ਗਏ। ਸੂਰਜ ਮੱਲ ਜੀ ਦੇ ਦੋਵੇਂ ਪੋਤਰੇ ਗੁਲਾਬ ਰਾਏ ਤੇ ਸਾਮ ਸਿੰਘ ਬੜੇ ਉਤਸ਼ਾਹ ਨਾਲ ਆਪ ਜੀ ਦੇ ਦਰਸ਼ਨ ਕਰਨ ਵਾਸਤੇ ਆਏ। ਉਹਨਾਂ ਨੇ ਜਥਾ ਜੋਗ ਸੇਵਾ ਕਰਕੇ ਸਤਿਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਜਦ ਉਹਨਾਂ ਦੋਹਾਂ ਭਰਾਵਾਂ ਨੇ ਬੇਨਤੀ ਕੀਤੀ ਕਿ ਤੁਹਾਡੇ ਬਿਨਾਂ ਅਸੀਂ ਇੱਥੇ ਉਦਾਸ ਰਹਿ ਰਹੇ ਹਾਂ, ਆਪ ਜੀ ਨੇ ਕਿਹਾ ਕਿ ਹੁਣ ਅਸੀਂ ਆਪਣੇ ਨਗਰ ਆਨੰਦਪੁਰ ਨਿਵਾਸ ਕਰ ਲਿਆ ਹੈ, ਤੁਸੀਂ ਸਾਡੇ ਪਾਸ ਹੀ ਰਹਿਣਾ। ਮਹਾਰਾਜ ਜੀ ਕਹਿੰਦੇ ਉਦਾਸ ਰਹਿਣ ਦੀ ਲੋੜ ਨਹੀਂ, ਤੇ ਹੁਣ ਤੁਸੀਂ ਸਾਡੇ ਕੋਲ ਆਨੰਦਪੁਰ ਸਾਹਿਬ ਹੀ ਰਹਿਣਾ। ਇੱਥੇ ਗੁਰਮੁਖ ਪਿਆਰਿਓ ਆਨੰਦਪੁਰ ਸਾਹਿਬ ਪ੍ਰਵੇਸ਼, ਰਾਤ ਇੱਥੇ ਵਿਸਰਾਮ ਕਰਕੇ ਦੂਜੇ ਦਿਨ ਸਤਿਗੁਰੂ ਜੀ ਆਨੰਦਪੁਰ ਸਾਹਿਬ ਪਹੁੰਚ ਗਏ। ਆਪ ਜੀ ਦਾ ਆਉਣਾ ਸੁਣ ਕੇ ਆਨੰਦਪੁਰ ਦੇ ਲੋਕਾਂ ਨੇ ਬਹੁਤ ਖੁਸ਼ੀਆਂ ਮਨਾਈਆਂ ਅਤੇ ਦੀਪਮਾਲਾ ਕੀਤੀ। ਸਤਿਗੁਰੂ ਜੀ ਨੇ ਹਜ਼ਾਰਾਂ ਰੁਪਏ ਦਾ ਕੜਾਹ ਪ੍ਰਸਾਦ ਤਿਆਰ ਕਰਵਾ ਕੇ ਨੌਵੇਂ ਪਾਤਸ਼ਾਹ ਜੀ ਦੇ ਦਰਬਾਰ ਸਾਹਿਬ ਦੇ ਦਰਸ਼ਨ ਕਰਕੇ ਸਿੱਖ ਸੰਗਤਾਂ ਵਿੱਚ ਉਹ ਕੜਾਹ ਪ੍ਰਸਾਦ ਵਰਤਾਇਆ। ਹਜ਼ਾਰਾਂ ਨਰ ਨਾਰੀ ਖੁਸ਼ੀਆਂ ਨਾਲ ਭੇਟਾ ਲੈ ਕੇ ਆਪ ਜੀ ਦੇ ਦਰਸ਼ਨ ਕਰਨ ਵਾਸਤੇ ਆਏ ਅਤੇ ਉਹਨਾਂ ਨੇ ਭੰਗਾਣੀ ਦੇ ਯੁੱਧ ਦੀ ਜਿੱਤ ਦੇ ਹਾਲਾਤ ਸੁਣ ਕੇ ਖੁਸ਼ੀਆਂ ਮਨਾਈਆਂ। ਸਤਿਗੁਰੂ ਜੀ ਦੇ ਦਿਉਰੇ ਤੇ ਮੱਥਾ ਟੇਕ ਕੇ ਕੜਾਹ ਪ੍ਰਸਾਦ ਵਰਤਾ ਕੇ ਫਿਰ ਗੁਰੂ ਜੀ ਆਪਣੇ ਘਰ ਆਏ। ਅੱਗੋਂ ਦੋਹਾਂ ਮਹਿਲਾਵਾਂ ਮਾਤਾ ਜੀਤਾਂ ਜੀ ਅਤੇ ਮਾਤਾ ਸੁੰਦਰੀ ਜੀ ਨੇ ਆਪ ਜੀ ਦੇ ਚਰਨਾਂ ਉੱਤੇ ਮੱਥਾ ਟੇਕਿਆ ਤੇ ਸਰੀਰ ਦੀ ਸੁੱਖ ਸਾਂਦ ਪੁੱਛੀ। ਸਤਿਗੁਰੂ ਜੀ ਨੇ ਆਪਣੀ ਮਾਤਾ ਗੁਜਰੀ ਜੀ ਦੇ ਚਰਨਾਂ ਉੱਤੇ ਮੱਥਾ ਟੇਕਿਆ ਤੇ ਮਾਤਾ ਜੀ ਨੇ ਪਿਆਰ ਦਿੱਤਾ, ਮੁਖੜਾ ਚੁੰਮਿਆ, ਗਲ ਦੇ ਨਾਲ ਲਾਇਆ, ਅਸੀਸ ਦਿੱਤੀ। ਪਿਛਲੇ ਪੈਰ ਸਤਿਗੁਰੂ ਜੀ ਨੇ ਸ਼ਸਤਰ ਬਸਤਰ ਸਜਾ ਕੇ ਦੀਵਾਨ ਵਿੱਚ ਸੰਗਤਾਂ ਨੂੰ ਦਰਸ਼ਨ ਦਿੱਤੇ। ਗੁਰੂ ਜੀ ਦੇ ਯੋਧੇ ਵੀ ਸਾਰੇ ਸ਼ਸਤਰ ਧਾਰੀ ਹੋ ਕੇ ਦੀਵਾਨ ਵਿੱਚ ਸਜ ਗਏ। ਦੂਰ ਦੂਰ ਤੋਂ ਸੰਗਤਾਂ ਸੁਣ ਕੇ ਸਤਿਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਆਉਂਦੀਆਂ ਅਤੇ ਆਪੋ ਆਪਣੀਆਂ ਨੇਕ ਪ੍ਰਕਾਰ ਦੀਆਂ ਭੇਟਾਵਾਂ ਅਰਪਣ ਕਰਕੇ ਆਪਣੀਆਂ ਮਨੋਕਾਮਨਾ ਪੂਰੀਆਂ ਕਰਕੇ ਧੰਨ ਭਾਗ ਸਮਝਦੀਆਂ ਸੰਧਿਆ ਦੇ ਸਮੇਂ ਰਹਿਰਾਸ ਸਾਹਿਬ ਜੀ ਦੇ ਉਪਰੰਤ ਕੜਾਹ ਪ੍ਰਸਾਦ ਦੀ ਦੇਗ ਵਰਤਾ ਕੇ ਸਤਿਗੁਰੂ ਜੀ ਵਿਸ਼ਰਾਮ ਕਰਨ ਵਾਸਤੇ ਆਪਣੇ ਮਹਿਲਾਂ ਵਿੱਚ ਜਾ ਬਿਰਾਜਦੇ। ਇਸ ਪ੍ਰਕਾਰ ਨਿਤਾ ਪ੍ਰਤੀ ਦੀਵਾਨ ਲੱਗਦੇ ਅਤੇ ਸੰਗਤਾਂ ਉਪਦੇਸ਼ ਲੈ ਕੇ ਕਰਤਾਰਥ ਹੁੰਦੀਆਂ, ਖੁਸ਼ ਹੁੰਦੀਆਂ। ਤਾਂ ਗੁਰਮੁਖ ਪਿਆਰਿਓ, ਗੁਰੂ ਜੀ ਨੇ ਆਨੰਦਪੁਰ ਸਾਹਿਬ ਕਿਲਾ ਰਚਨਾ। ਆਨੰਦਪੁਰ ਸਾਹਿਬ ਦੇ ਵਿੱਚ ਕਿਲਾ ਬਣਵਾਉਣਾ ਰਾਜਾ ਭੀਮ ਚੰਦ ਨੇ ਗੁਰੂ ਜੀ ਨਾਲ ਮੇਲ ਕਰਨਾ। ਸਾਹਿਬਜ਼ਾਦਾ ਅਜੀਤ ਸਿੰਘ ਜੀ ਦਾ ਜਨਮ, ਕਵੀ ਪਾਸ ਰਖਣੇ, ਰਚਨਾ ਰਚਨੀਆਂ, ਯੁੱਧ
ਮੀਆਂ ਖਾਂ ਤੇ ਅਲਫ ਖਾਂ ਔਰ ਜੁੱਧ ਨੰਦਾਉਣ ਸਾਹਿਬਜ਼ਾਦਾ ਜੁਝਾਰ ਸਿੰਘ ਜੀ ਦਾ ਜਨਮ ਤਾਂ ਗੁਰਮੁਖ ਪਿਆਰਿਓ ਸਾਹਿਬਜ਼ਾਦਾ ਫਤਿਹ ਸਿੰਘ ਜੀ ਦਾ ਜਨਮ ਕਵੀਆਂ ਨੂੰ ਬਖਸ਼ਿਸ਼ ਬ੍ਰਾਹਮਣਾਂ ਦੀ ਪ੍ਰੀਖਿਆ ਹੌਲੇ ਮਹੱਲੇ ਦਾ ਮੇਲਾ ਸ਼ਾਸਤਰਾਂ ਦੀ ਮਹਾਨਤਾ ਦੇਵੀ ਪ੍ਰਗਟ ਕਰਨੀ ਗੁਰੂ ਜੀ ਨੇ ਜਗ ਕਰਨਾ ਤੇ ਕੇਸੋਂ ਦਾਸ ਦੇ ਗੁੱਸੇ ਹੋ ਜਾਣਾ। ਸਤਿਗੁਰੂ ਜੀ ਨੇ ਆਨੰਦਪੁਰ ਸਾਹਿਬ ਕਿਲਾ ਰਚਨਾ। ਸਤਿਗੁਰੂ ਜੀ ਨੇ ਨੀਤੀ ਨੂੰ ਮੁੱਖ ਰੱਖ ਕੇ ਪਹਾੜੀ ਰਾਜੇ ਤੋਂ ਆਪਣੇ ਆਪ ਨੂੰ ਸੁਰੱਖਿਅਤ ਰੱਖਣ ਵਾਸਤੇ ਫੌਜੀ ਢੰਗ ਦਾ ਇੱਕ ਬੜਾ ਵੱਡਾ ਕਿਲਾ ਬਣਵਾਉਣਾ ਆਰੰਭ ਕਰ ਦਿੱਤਾ, ਜਿਸ ਨੂੰ ਕਾਰੀਗਰਾਂ ਤੇ ਸਿੱਖ ਸੰਗਤਾਂ ਨੇ ਬੜੇ ਉਤਸ਼ਾਹ ਦੇ ਨਾਲ ਰਾਤ ਦਿਨ ਕੰਮ ਕਰਕੇ ਛੇਤੀ ਹੀ ਤਿਆਰ ਕਰ ਲਿਆ। ਯੋਧਿਆਂ ਦੇ ਰਹਿਣ ਸਹਿਣ ਵਾਸਤੇ, ਘੋੜਿਆਂ ਦੇ ਵਾਸਤੇ, ਤਬੇਲਿਆਂ ਵਾਸਤੇ, ਅਨਾਜ ਦੇ ਜ਼ਖੀਰੇ ਵਾਸਤੇ ਤੇ ਹੋਰ ਲੋੜੀਂਦੀਆਂ ਸਹੂਲਤਾਂ ਦੇ ਹਰ ਪ੍ਰਕਾਰ ਦਾ ਇਸ ਵਿੱਚ ਪ੍ਰਬੰਧ ਕੀਤਾ ਗਿਆ। ਭਾਈ ਸੰਤੋਖ ਸਿੰਘ ਜੀ ਲਿਖਦੇ ਹਨ, ਜੈਸੇ ਪਹੁਰਤ ਹੱਤ ਦੇ ਤਾਨ ਕੇ ਪੂਤ, ਗਨ ਬਹੁਰੋ ਦੇਵ ਲੋਕ ਸੁਖ ਕਾਰਕਾ, ਤੈਸੇ ਸ੍ਰੀ ਗੁਰੂ ਗੋਬਿੰਦ ਸਿੰਘ ਪਾਵਟਾ ਕੋ ਜੀਤਾ, ਜੰਗ ਆਇਕੈ ਆਨੰਦਪੁਰ ਸਾਹਿਬ, ਨਾਸੇ ਦੇਸ ਚਾਰਕ। ਜਿਸ ਤਰ੍ਹਾਂ ਇੰਦਰ ਨੇ ਦੇਵਤਾਂ ਦੇ ਪੁੱਤਰਾਂ ਨੂੰ ਮਾਰ ਕੇ ਸੁਖ ਦੇਣ ਵਾਲੇ ਸਵਰਗ ਨੂੰ ਵਸਾਇਆ ਸੀ, ਵੈਸੇ ਹੀ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਪਾਉਂਟਾ ਸਾਹਿਬ ਦਾ ਜੰਗ ਜਿੱਤ ਕੇ ਆਣ ਕੇ ਸੁੰਦਰ ਨਗਰ ਆਨੰਦਪੁਰ ਸਾਹਿਬ ਵਿੱਚ ਨਿਵਾਸ ਕੀਤਾ। ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪ ਵੀ ਇਸ ਤਰ੍ਹਾਂ ਬਚਿੱਤਰ ਨਾਟਕ ਦੇ ਵਿੱਚ ਲਿਖਿਆ ਹੈ, ਦੋਹਰਾ। ਜੁੱਧ ਜੀਤ ਆਏ ਜਬੈ ਟਿਕੇ ਨਾ ਤਿੰਨ ਪੁਰ ਪਾਵ, ਕਹਿ ਲੂਰ ਮੈਂ ਬਾਂਧਿਓ ਆਨ ਆਨੰਦਪੁਰ ਗਾਮ। ਕਹਿੰਦੇ ਜਦੋਂ ਭੰਗਾਣੀ ਦਾ ਜੁੱਧ ਜਿੱਤਿਆ ਤਾਂ ਆਨੰਦਪੁਰ ਸਾਹਿਬ ਦੇ ਵਿੱਚ ਫਿਰ ਕਹਿੰਦੇ ਪਾਵ ਨਾ ਟਿਕਿਆ। ਫਿਰ ਛੇਤੀ ਹੀ ਆਨੰਦਪੁਰ ਸਾਹਿਬ ਕਹਿ ਲੂਰ ਮੈਂ ਬਾਂਧਿਓ ਆਨ ਆਨੰਦਪੁਰ ਸਾਹਿਬ। ਕਹਿ ਲੂਰ ਦੀ ਰਾਜਧਾਨੀ ਸੀ ਆਨੰਦਪੁਰ ਸਾਹਿਬ। ਉੱਥੇ ਆ ਕੇ ਦੁਬਾਰਾ ਫਿਰ ਮਹਾਰਾਜ ਜੀ ਨੇ ਆਨੰਦਪੁਰ ਸਾਹਿਬ ਗਾਮ ਨੂੰ ਵਸਾਣਾ ਕੀਤਾ। ਨੇਤਾ ਪ੍ਰਤੀ ਸਤਿਗੁਰੂ ਜੀ ਦਿਨ ਚੜ੍ਹਦੇ ਹੀ ਸਕਾਰ ਵਾਸਤੇ ਸੂਰਮੇ ਨੂੰ ਨਾਲ ਲੈ ਕੇ, ਗੂੰਜ ਸੁਣ ਕੇ ਸੂਰਮੇ ਬੜੇ ਉਤਸ਼ਾਹ ਨਾਲ ਤਿਆਰ ਹੋ ਕੇ ਕੁੱਤੇ ਬਾਜ ਤੇ ਸ਼ਿਕਾਰ ਕਰਕੇ ਸੰਘਣੇ ਜੰਗਲਾਂ ਵਿੱਚ ਹਿਰਨ ਸਹੇ ਆਦਿਕ ਜੋ ਜਾਨਵਰਾਂ ਦਾ ਸ਼ਿਕਾਰ ਕਰਦੇ ਸਨ। ਇਸ ਹਲਾਹੂਲ ਨਾਲ ਦੁਸ਼ਮਣਾਂ ਦੀ ਛਾਤੀ ਸੜਦੀ ਤੇ ਸੱਜਣਾ ਨੂੰ ਖੁਸ਼ੀ ਹੁੰਦੀ। ਚੋਰਾਂ ਤੇ ਠੱਗਾਂ ਨੂੰ ਨੀਤੀ ਅਨੁਸਾਰ ਫੜ ਕੇ ਦੰਡ ਦਿੰਦੇ ਅਤੇ ਭਲੇ ਪੁਰਸ਼ਾਂ ਦੀ ਰੱਖਿਆ ਕਰਦੇ। ਸਤਿਗੁਰੂ ਜੀ ਤੋਂ ਬਿਨਾਂ ਪੁੱਛੇ ਜੋਧੇ ਆਪ ਹੀ ਕਹਿ ਲੂਰ ਰਾਜ ਦੇ ਪਿੰਡ ਵਿੱਚ ਅੰਨ ਦਾਣਾ ਲੈ ਆਉਂਦੇ ਸਨ। ਜਿਹੜਾ ਅੱਗੋਂ ਆਪ ਹੀ ਕੁਝ ਭੇਟਾ ਲੈ ਕੇ ਮਿਲ ਪੈਂਦਾ ਸੀ ਉਸ ਦੀ ਰੱਖਿਆ ਕਰਦੇ ਸੀ, ਅਤੇ ਜਿਹੜਾ ਅੱਗੋਂ ਆਕੜ ਫਾਕੜ ਕਰਦਾ ਸੀ
ਉਹਨਾਂ ਨੂੰ ਡੰਡ ਦੇ ਕੇ ਘਾਹ ਦਾਣਾ ਰਸਦ ਅੰਨ ਪਾਣੀ ਲੋੜ ਅਨੁਸਾਰ ਲੈ ਕੇ ਆਉਂਦੇ ਸਨ। ਸਤਿਗੁਰੂ ਜੀ ਵਾਸਤੇ ਬਹੁਤ ਅੰਨ ਦਾਣਾ ਦੁੱਧ ਆਦਿਕ ਵਸਤੂਆਂ ਪਹਾੜੀਆਂ ਦੇ ਘਰਾਂ ਵਿੱਚੋਂ ਮੁੱਲ ਦੇ ਕੇ ਵੀ ਲੈ ਕੇ ਆਉਂਦੇ ਸਨ। ਜਿਹੜਾ ਕੋਈ ਪਹਾੜੀ ਘਰ ਜੋਰੋ ਹੁੰਦਾ ਤੇ ਮੁੱਲ ਨਹੀਂ ਸੀ ਦਿੰਦਾ, ਉਸ ਪਾਸੋਂ ਖਾਲਸਾ ਜੈਕਾਰੇ ਗੁੰਜਾ ਕੇ ਚੀਜ਼ ਜਬਰੀ ਵੀ ਲੈ ਆਉਂਦੇ ਸਨ। ਪਿੰਡ ਦੇ ਲੋਕ ਇਸ ਤਰ੍ਹਾਂ ਲੁੱਟ ਮਾਰ ਤੋਂ ਡਰ ਕੇ ਆਪਣੇ ਰਾਜਾ ਪਾਸ ਜਾ ਕੇ ਪੁਕਾਰ ਕਰਦੇ ਕਿ ਗੁਰੂ ਜੀ ਦਾ ਦਲ ਹੈ ਜਿਹੜਾ ਉਹ ਆਣ ਕੇ ਸਾਡੇ ਘਰਾਂ ਵਿੱਚੋਂ ਘਾਹ ਦੁੱਧ ਦਹੀਂ ਆਦਿ ਲੈ ਆਉਂਦਾ ਹੈ। ਰਾਜਾ ਭੀਮ ਚੰਦ ਪਰਜਾ ਪਾਸੋਂ ਇਹ ਸ਼ਿਕਾਇਤ ਸੁਣ ਕੇ ਗੁਰੂ ਜੀ ਤੋਂ ਡਰਦਾ ਚੁੱਪ ਕਰ ਰਹਿੰਦਾ, ਉਹਦਾ ਕੁਝ ਵਸ ਨਾ ਚੱਲਦਾ। ਇਹ ਲੋਕ ਤੇ ਜਿਹੜੇ ਰਾਜੇ ਭੀਮ ਚੰਦ ਦੇ ਕੋਲ ਸ਼ਿਕਾਇਤ ਕਰਦੇ ਸੀ ਵੀ ਕੁਝ ਨਾ ਕੁਝ ਸਾਡਾ ਹੱਲ ਕਰਕੇ ਦੇਗਾ, ਪਰ ਭੀਮ ਚੰਦ ਅੱਗੋਂ ਗੁਰੂ ਜੀ ਤੋਂ ਡਰਦਾ ਸੀ, ਉਹਦਾ ਕੁਛ ਨਹੀਂ ਬਸ ਚੱਲਦਾ ਸੀ। ਭੀਮ ਚੰਦ ਨੇ ਗੁਰੂ ਜੀ ਪਾਸ ਵਜ਼ੀਰ ਭੇਜਣਾ ਆਪਣਾ। ਇੱਕ ਦਿਨ ਭੀਮ ਚੰਦ ਨੇ ਆਪਣੇ ਵਜ਼ੀਰ ਨੂੰ ਸੱਦ ਕੇ ਪੁੱਛਿਆ ਕਿ ਹੁਣ ਕਿਹੜੀ ਬਿਉਂਤ ਕਰੀਏ, ਹੁਣ ਕਿਹੜੀ ਬਿਉਂਤ ਕਰੀਏ, ਗੁਰੂ ਜੀ ਨਾਲ ਲੜਾਈ ਕਰਨੀ ਵੀ ਚੰਗੀ ਨਹੀਂ, ਪਰ ਚੁੱਪ ਵੀ ਕਿੱਥੇ ਤੱਕ ਕਰੀਏ। ਪਰਜਾ ਦੀਆਂ ਰੋਜ਼ ਫਰਿਆਦਾਂ ਆਉਂਦੀਆਂ ਹਨ ਕਿ ਗੁਰੂ ਜੀ ਦੇ ਆਦਮੀ ਸਾਡੀਆਂ ਚੀਜ਼ਾਂ ਖੋਹ ਕੇ ਲੈ ਜਾਂਦੇ ਨੇ। ਵਜ਼ੀਰ ਨੇ ਸੁਣ ਕੇ ਉੱਤਰ ਦਿੱਤਾ ਕਿ ਗੁਰੂ ਜੀ ਪੀਰਾਂ ਦੇ ਪੀਰ ਹਨ, ਇਸ ਕਰਕੇ ਉਹਨਾਂ ਨਾਲ ਮੇਲ ਮਿਲਾਪ ਹੀ ਚੰਗਾ ਹੈ। ਤੁਸੀਂ ਗੁਰੂ ਜੀ ਦੇ ਨਾਲ ਮੇਲ ਮਿਲਾਪ ਰੱਖੋ, ਉਹ ਚੰਗਾ ਹੈ। ਉਹਨਾਂ ਦੇ ਪਾਸ ਚਲੋ ਅਤੇ ਇਹ ਨਿਤ ਦੀ ਚਿੰਤਾ ਦੂਰ ਕਰੋ। ਵਜ਼ੀਰ ਕਹਿੰਦਾ ਜਾ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨਾਂ ਦੇ ਉੱਤੇ ਡਿੱਗ ਜਾਓ, ਆਪਣੀਆਂ ਭੁੱਲਾਂ ਬਖਸ਼ਾ ਲਓ, ਨਿਤ ਦਾ ਜਿਹੜੀ ਚਿੰਤਾ ਹੈ ਇਹਨੂੰ ਦੂਰ ਕਰੋ, ਇਹਨੂੰ ਚਿੰਤਾ ਨੂੰ, ਨਿਤ ਦੀ ਚਿੰਤਾ ਜਿਹੜੀ ਇਹਨੂੰ ਦੂਰ ਕਰੋ। ਝਗੜੇ ਵਿੱਚ ਕੋਈ ਸੁੱਖ ਨਹੀਂ ਹੈ, ਝਗੜੇ ਦੇ ਵਿੱਚ ਕੋਈ ਸੁੱਖ ਨਹੀਂ ਹੈ। ਇਸ ਨਾਲ ਸਭ ਕੋਈ ਛੋਟਾ ਵੱਡਾ ਦੁਖੀ ਹੁੰਦਾ ਹੈ। ਪਿਆਰ ਦੇ ਪਾਣੀ ਨਾਲ ਹਰ ਕੋਈ ਵੱਧਦਾ ਫੁੱਲਦਾ ਹੈ। ਪਰਜਾ ਤੇ ਆਪਣੇ ਭਲੇ ਨੂੰ ਵਿਚਾਰ ਕੇ ਗੁਰੂ ਜੀ ਨਾਲ ਮੇਲ ਕਰ ਲਵੋ। ਜਦੋਂ ਭੰਗਾਣੀ ਦਾ ਯੁੱਧ ਜਿੱਤ ਕੇ ਆਏ, ਮੂੰਹ ਦੀ ਖਾਣੀ ਪਈ, ਹਾਰ ਖਾਣੀ ਪਈ, ਪਤਾ ਲੱਗਿਆ ਵੀ ਗੁਰੂ ਤਾਂ ਬੜੇ ਬਲਵਾਨ ਨੇ, ਯੋਧੇ ਨੇ। ਅਨੰਦਪੁਰ ਸਾਹਿਬ ਆ ਗਏ, ਕਹਿੰਦੇ ਇਹਨਾਂ ਦੇ ਨਾਲ ਮੇਲ ਮਿਲਾਪ ਕਰ ਲਵੋ। ਵਜ਼ੀਰ ਦੀ ਇਹ ਸਲਾਹ ਸੁਣ ਕੇ ਜਦ ਦੂਸਰੇ ਸਲਾਹਕਾਰਾਂ ਨੇ ਵੀ ਇਸ ਗੱਲ ਨੂੰ ਪਸੰਦ ਕੀਤਾ ਤਾਂ ਭੀਮ ਚੰਦ ਨੇ ਆਪਣੇ ਇੱਕ ਦੂਤ ਨੂੰ, ਵਜ਼ੀਰ ਨੂੰ ਗੁਰੂ ਜੀ ਪਾਸ ਬਹੁਤ ਪ੍ਰਕਾਰ ਦੀਆਂ ਭੇਟਾਂ ਦੇ ਕੇ ਭੇਜਿਆ। ਬਹੁਤ ਪ੍ਰਕਾਰ ਦੀਆਂ ਭੇਟਾਂ ਦੇ ਕੇ ਭੀਮ ਚੰਦ ਨੇ ਆਪਣੇ ਵਜ਼ੀਰ ਨੂੰ ਅਨੰਦਪੁਰ ਸਾਹਿਬ ਭੇਜਿਆ। ਔਰ ਦੂਤ ਨੇ ਭਾਵ ਕਿ ਵਜ਼ੀਰ ਨੇ ਰਾਜੇ ਵੱਲੋਂ ਬੇਨਤੀ ਕੀਤੀ ਕਿ ਆਪ ਜੀ ਦਾ ਦਲ ਪਿੰਡਾਂ ਵਿੱਚ ਜਾ ਕੇ ਲੋਕਾਂ ਨੂੰ ਤੰਗ ਕਰਦਾ ਹੈ, ਕਿਰਪਾ ਕਰਕੇ ਪਿਛਲੀ ਭੁੱਲ ਦੀ ਮਾਫੀ ਦਿਓ ਅਤੇ ਅੱਗੇ ਤੋਂ ਸੁਲ੍ਹਾ ਸਫਾਈ ਦੀ ਨੀਤੀ ਅਨੁਸਾਰ ਚਲੋ। ਸਤਿਗੁਰੂ ਜੀ ਨੇ ਕਿਹਾ, ਹੇ ਵਜ਼ੀਰ,
तेरे राजे दा दिल साफ नहीं है। महाराज जी कहते तेरे राजे भीम चंद दा दिल साफ नहीं है। इसने पहला सातों छेड़छाड़ नाल हाथी लेना चाहिया, पंच कला शास्त्र लेना चाहिया, चंदन दी चौंकी साहिबीन लेना चाहिया। फिर पौंटा साहिब भी इसने खोटाई करके साडे दीवान नूं राजा फतेह शाह पास तंबोल लैके गए नूं मारना ते लुटना चाहिया। फिर फतेह शाह नूं चक दे के साडे नाल जंग करा दिता। साडी काल पुरख ने रखिया कीती, ये गल सब नूं प्रगट है, सुपी नहीं। इसे इत्थे असीं अपने नगर नूं आण के मुड़ बसाया है। शिकार खेडण वास्ते जांदे हां, घोड़ियां वास्ते घाह ਜਾਂ ਯੋਧਿਆਂ ਦੇ ਸਕਣ ਵਾਸਤੇ ਅੰਨ ਪਾਣੀ ਤੋਂ ਬਿਨਾਂ ਅਸੀਂ ਹੋਰ ਕਿਸੇ ਦਾ ਕੁਝ ਵਿਗਾੜਦੇ ਨਹੀਂ। ਫਿਰ ਰਾਜੇ ਨੂੰ ਕਿਸ ਗੱਲ ਦਾ ਦੁੱਖ ਹੈ, ਉਸ ਨੂੰ ਕਹੋ ਆਰਾਮ ਨਾਲ ਬੈਠ ਕੇ ਆਪਣੇ ਦੇਸ਼ ਦਾ ਰਾਜ ਕਰੇ। ਸਾਨੂੰ ਉਸ ਨਾਲ ਕੋਈ ਦਵੈਸ ਨਹੀਂ। अपना राज राजा है, महाराज जी कहते फिर अपना राज करे बैठ के, सानू उहदे नाल कोई गलबात नहीं है। फिर वजीर ने बेनती की कि राजा जी तुहानू मिलना चाहुंदे ने, भीम चंद तुहानू मिलना चाहुंदा है। आप जी किरपा करके राजे नू मिलण दी आग्या दिओ। तुसी सब तरह समर्थ हो। सतगुरु जी ने खुश होके कहा अच्छा अपने राजे नू लै आवो। जे ओ निर्माणता होके निम्रता नाल नीमा होके आवेगा तां गुरु घर तो उसनू सब तरह के सुख प्राप्त होणगे, नहीं तां फिर वो अपनी भावना का फल पावेगा। ਜਿਹੀ ਜੀ ਉਹਦੀ ਭਾਵਨਾ ਹੋਵੇਗੀ ਉਹੋ ਜਿਹਾ ਫਲ ਪਾਵੇ। ਦੇਖੋ ਧੰਨ ਸਤਿਗੁਰੂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ, ਜਿਨੇ ਭੀਮ ਚੰਦ ਨੇ ਇੰਨਾ ਸਤਿਗੁਰੂ ਜੀ ਦੇ ਨਾਲ ਬੈਰ ਕੀਤਾ ਹੋਵੇ, ਔਰ ਜਿਹੜੇ ਰਾਜੇ ਸ਼ਰਧਾਲੂ ਸਨ ਗੁਰੂ ਗੋਬਿੰਦ ਸਿੰਘ ਮਹਾਰਾਜੀਆਂ ਦੇ, ਉਹਨਾਂ ਨੂੰ ਵਿਰੁੱਧ ਕਰਕੇ ਗੁਰੂ ਜੀ ਦੇ ਨਾਲ ਜੰਗ ਕਰਵਾਇਆ ਹੋਵੇ। फिर सतगुरु महाराज जी कहते कोई नहीं, जे राजा निमरता दे नाल आउंदा ना, सरदा भावना दे नाल आउंदा तां कोई गल नहीं, निमरता नाल आवेगा तां गुरु घर तो उसनू सब तरह के सुख प्राप्त होणगे। महाराज जी कहते नहीं तां फिर वो अपनी भावनी, अपनी भावना इच्छा दा फल फिर वो जरूर पावेगा। हुण प्रसंग शुरू आ, राजा भीम चंद ने मिलन आउणा। जद वजीर ने वापस जाके राजा भीम चंद नूं सतगुरु जी नाल होई गल बात समझाई ते आख्या कि गुरु जी बड़े कृपालू दयालु हन। उन्होंने आख्या है कि राजा दिलों साफ होके सानू मिलन वास्ते चाहे तो असी हर समय उसनू मिलनों तैयार हाँ, पर दिल साफ करके आवे। जिन्ना चिर मन दे विचों मैल नहीं कढ़दा, दिल नहीं साफ करके आउंदा, उन्ना चिर कहंदे फिर ਜਿਹੇ ਜਿਹੇ ਦੀ ਮਨ ਦੀ ਭਾਵਨਾ ਉਹ ਜਿਹਨੂੰ ਫਲ ਜ਼ਰੂਰ ਮਿਲੇਗਾ। ਅਸੀਂ ਗੁਰੂ ਘਰ ਦੇ ਵਿੱਚ ਗੁਰਮੁਖ ਪਿਆਰੇ ਆਉਨੇ ਆ। ਮਹਾਰਾਜ ਜੀ ਕਹਿੰਦੇ ਨੇ ਨਾ, ਸਾਥ ਨਾ ਲੀਜੈ ਕੋਈ
ਕੱਲਾ ਭਾਵ ਸਾਥ ਦਾ ਮਤਲਬ ਇਹ ਨਹੀਂ ਵੀ ਅਸੀਂ ਨਾਲ ਨਹੀਂ ਕਿਸੇ ਨੂੰ ਲੈ ਕੇ ਆਉਣਾ, ਨਹੀਂ। ਮਹਾਰਾਜ ਜੀ ਕਹਿੰਦੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹ ਸਭ ਚੀਜ਼ਾਂ ਪਿੱਛੇ ਛੱਡ ਕੇ ਨਿਮਰਤਾ ਦੇ ਨਾਲ ਨਿਮਾਣਾ ਹੋ ਕੇ, ਨਿਤਾਣਾ ਹੋ ਕੇ ਗੁਰੂ ਘਰ, ਗੁਰੂ ਦੇ ਕੋਲ ਆਵੇ। ਆਖੋ ਸਤਨਾਮ। ਨਿਮਰਤਾ ਦੇ ਨਾਲ, ਨਿਰਮਾਣਤਾ ਦੇ ਨਾਲ ਗੁਰੂ ਘਰ ਦੇ ਵਿੱਚ ਆਵਾਂਗੇ ਤੇ ਸਭ ਕੁਝ ਪ੍ਰਾਪਤ ਹੋਏਗਾ। ਆਖੋ ਸਤਨਾਮ। ਜੇ ਇੱਥੇ ਆ ਕੇ ਨਾ ਗੁਰੂ ਘਰ ਦੇ ਵਿੱਚ ਵੀ ਤਰਕਾਂ ਕਰੀ ਗਏ, ਆਹ ਕਿਵੇਂ ਜੀ, ਉਹ ਕਿਵੇਂ ਆ, ਕੀ ਕਰਦੇ ਇੱਥੇ ਆਏ, ਬਹੁਤ ਜੇ ਤਰਕਾਂ ਕਰਾਂਗੇ, ਜਿਹੀ ਜੀ ਫਿਰ ਮਹਾਰਾਜ ਜੀ ਕਹਿੰਦੇ ਭਾਵਨਾ ਲੈ ਕੇ ਆਵਾਂਗੇ ਨਾ, ਉਹੇ ਜੀ ਫਲ ਪ੍ਰਾਪਤ ਹੋਏਗਾ। ਆਖੋ ਸਤਨਾਮ। ਇਹ ਅੰਤਰਜਾਮੀ ਨੇ ਭਾਈ, ਅੰਦਰ ਦੀਆਂ ਜਾਣਦੇ ਨੇ। ਜਿਹੀ ਜੀ ਗੁਰੂ ਦੇ ਕੋਲ ਤੁਸੀਂ ਭਾਵਨਾ ਲੈ ਕੇ ਆਓਗੇ ਨਾ, ਉਹੀ ਜੀ ਮਹਾਰਾਜ ਨੇ ਤੁਹਾਡੀ ਭਾਵਨਾ ਪੂਰੀ ਕਰਨੀ ਆ। ਆਖੋ ਸਤਨਾਮ। ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ, ਉਹ ਬੜੇ ਦਿਆਲੂ ਤੇ ਕਿਰਪਾਲੂ ਹਨ। ਵਜ਼ੀਰ ਭੀਮ ਚੰਦ ਨੂੰ ਕਹਿੰਦਾ, ਉਹ ਬੜੇ ਦਿਆਲੂ ਤੇ ਕਿਰਪਾਲੂ ਹਨ। ਉਹਨਾਂ ਨੇ ਆਖਿਆ ਹੈ ਕਿ ਰਾਜਾ ਦਿਲੋਂ ਸਾਫ਼ ਹੋ ਕੇ ਸਾਨੂੰ ਮਿਲਣ ਵਾਸਤੇ ਆਵੇ, ਤਾਂ ਅਸੀਂ ਹਰ ਸਮੇਂ ਉਸ ਨੂੰ ਮਿਲਣ ਨੂੰ ਤਿਆਰ ਹਾਂ। ਤਾਂ ਵਜ਼ੀਰ ਪਾਸੋਂ ਇਹ ਗੱਲ ਸੁਣ ਕੇ ਰਾਜਾ ਭੀਮ ਚੰਦ ਬੜਾ ਖੁਸ਼ ਹੋਇਆ ਅਤੇ ਸੈਨਾ ਸਹਿਤ ਬੜੇ ਸੱਜ ਧੱਜ ਨਾਲ ਅਨੰਦਪੁਰ ਸਾਹਿਬ ਆ ਗਿਆ। ਬੜੀ ਸੈਨਾ ਨਾਲ ਲਈ, ਬੜਾ ਸਜਿਆ ਧਜਿਆ ਹੋਇਆ ਅਨੰਦਪੁਰ ਸਾਹਿਬ ਆ ਗਿਆ। ਜਦ ਸਤਿਗੁਰੂ ਜੀ ਨੂੰ ਰਾਜੇ ਦੇ ਆਉਣ ਦੀ ਖਬਰ ਹੋਈ ਤਾਂ ਆਪ ਜੀ ਨੇ ਉਸ ਦਾ ਬਾਹਰ ਚੰਗੀ ਥਾਂ ਤੇ ਡੇਰਾ ਕਰਵਾ ਕੇ ਸਭ ਲੋੜੀਂਦੀ ਰਸਦ ਆਦਿ ਪਹੁੰਚਾ ਦਿੱਤੀ। ਪਿਛਲੇ ਪਹਿਰ ਆਪਣੇ ਸੂਰਮਿਆਂ ਦੀ ਸੱਜ ਧੱਜ ਨਾਲ ਦੀਵਾਨ ਸਜਾ ਕੇ ਗੁਰੂ ਜੀ ਨੇ ਰਾਜੇ ਨੂੰ ਸੱਦਾ ਭੇਜਿਆ। ਭੀਮ ਚੰਦ ਆਪਣੇ ਯੋਧਿਆਂ ਤੇ ਮੰਤਰੀਆਂ ਨੂੰ ਨਾਲ ਲੈ ਕੇ ਦੀਵਾਨ ਵਿੱਚ ਆਇਆ। ਉਸਨੇ ਬੜੇ ਸਤਿਕਾਰ ਨਾਲ ਗੁਰੂ ਜੀ ਨੂੰ ਮੱਥਾ ਟੇਕਿਆ। ਬੜੇ ਸਤਿਕਾਰ ਦੇ ਨਾਲ ਗੁਰੂ ਜੀ ਨੂੰ ਮੱਥਾ ਟੇਕਿਆ ਅਤੇ ਆਪਣੀ ਲਿਆਂਦੀ ਹੋਈ ਭੇਟਾ ਗੁਰੂ ਜੀ ਦੇ ਅੱਗੇ ਰੱਖੀ। ਗੁਰੂ ਜੀ ਨੇ ਪ੍ਰਸੰਨਤਾ ਪ੍ਰਗਟ ਕਰਦੇ ਹੋਏ ਰਾਜੇ ਭੀਮ ਚੰਦ ਨੂੰ ਸੁਖ ਸਾਂਦ ਪੁੱਛੀ। ਧੰਨ ਸੀ ਮੇਰੇ ਬਾਜਾਂ ਵਾਲੇ, ਜਿਨ੍ਹਾਂ ਨਾਲ ਇੰਨਾ ਬੈਰ ਕਰਿਆ, ਐਡਾ ਯੁੱਧ ਕਰਿਆ ਕਰਵਾਇਆ, ਤੇ ਗੁਰਮੁਖ ਪਿਆਰਿਓ ਫਿਰ ਵੀ ਮਹਾਰਾਜ ਜੀ ਨੇ ਭੀਮ ਚੰਦ ਨੂੰ ਪ੍ਰਸੰਨਤਾ ਨਾਲ ਪ੍ਰਗਟ ਕਰਦੇ ਹੋਏ ਸੁਖ ਸਾਂਦ ਪੁੱਛੀ, ਜਿਸ ਪਰ ਰਾਜੇ ਨੇ ਹੱਥ ਜੋੜ ਕੇ ਬੇਨਤੀ ਕੀਤੀ, ਗੁਰੂ ਜੀ ਤੋ ਆਪਣੀ ਪਿਛਲੀ ਗਲਤੀ ਦੀ ਮਾਫੀ ਮੰਗੀ, ਤੋ ਅੱਗੋਂ ਤੋਂ ਆਗਿਆ ਅਨੁਸਾਰ ਰਹਿਣ ਦਾ ਪ੍ਰਣ ਕੀਤਾ। ਕਹਿੰਦੇ ਮਹਾਰਾਜ ਜੀ ਮੇਰੇ ਤੋਂ ਪਿੱਛੇ ਬੜੀ ਭੁੱਲ ਹੋ ਗਈ ਆ ਤੇ ਮੈਨੂੰ ਹੁਣ ਤੁਸੀਂ ਕਿਰਪਾ ਕਰਕੇ ਮਾਫ ਕਰ ਦਿਓ। ਮੇਰੇ ਤੋਂ ਬਹੁਤ ਵੱਡੀ ਭੁੱਲ ਹੋ ਗਈ ਆ। ਹੁਣ ਮੈਂ ਆਪ ਜੀ ਦੀ ਆਗਿਆ ਅਨੁਸਾਰ ਰਹਿਣ ਦਾ ਪ੍ਰਣ ਕੀਤਾ ਹੈ। ਜਿਵੇਂ ਆਪ ਜੀ ਦੀ ਆਗਿਆ ਹੋਏਗੀ ਉਸੇ ਤਰ੍ਹਾਂ ਹੀ ਮੈਂ ਕਰਾਂਗਾ। ਇਸ ਤਰ੍ਹਾਂ ਕੁਛ ਹੋ ਬੀਤਿਆ ਹੈ ਤੇ ਅੱਗੇ ਸੰਭਵ ਹੋਣ ਵਾਲੀਆਂ ਗੱਲਾਂ ਦਾ ਵਿਚਾਰ ਵਟਾਂਦਰਾ ਕਰਕੇ ਰਾਜੇ ਨੇ ਕਿਹਾ ਕਿ ਇਹ ਕਹਿਲੂਰ ਦਾ ਰਾਜ ਤੁਸੀਂ ਆਪਣਾ ਹੀ ਸਮਝ ਕੇ ਇਹਦੀ ਰੱਖਿਆ ਕਰੋ। ਮੈਂ ਸਦਾ ਆਪ ਜੀ ਦਾ ਆਗਿਆਕਾਰ ਹਾਂ। ਉਪਰੰਤ ਰਾਜੇ ਨੇ ਆਗਿਆ ਮੰਗੀ
गुरु जी ने राजे नूं एक बहुत मुੱਲ ਦਾ सरपाओ दे के विदायगी दिती ते अपने सिखां नूं गुरु जी ने हुक्म दिता कि अगे तो प्रजा पासों कोई चीज़ उन्हां दी मर्जी तो बिना ना लई जावे। इस हुक्म ते मेल मिलाप दी खबर सारे राज विच छेती ही फैल गई, जिसनों सुन के राजे दी प्रजा बड़ी खुश होई। इस उपरंत भीम चंद सतगुरु जी नूं बड़े प्रेम नाल कई बार चंगियां चीज़ां दे तोहफे भेज के उन्हां दी खुशियां लैंदा रहा। अगे साहिबजादे दा जन्म एक बार माता सुंदरी जी ने सतगुरु जी अगे पुत्र कामना की इच्छा की, तो सतगुरु जी ने कहा, गुरु नानक देव महाराज जी सर्व कला इच्छा पूरक हन, वो तुहाडी इच्छा पूरी करनगे। समा पा के माघ सुदी चौथ दिन शुक्रवार संमत 1783 पौंटे विखे माता सुंदरी जी दे गर्भ तो साहिबजादा पैदा होया। घर बार विच बहुत खुशियां मनाईयां गईयां। माता गुजरी जी नूं पोतरे दे जन्म दीयां खुशियां ते बधाइयां। माता जी ने सब नूं जो घर बधाई देण वास्ते आउंदे जथा जोग धन कपड़ा मेवा मिठा मिष्टान आदि बहुत वंड के खुशियां की। जद माता सुंदरी जी 13वां नोहा चुके तो माता गुजरी जी ने प्रोत दया राम नूं कहा कि गुरु जी नूं आखो कि साहिबजादे दा नाम रखना जो वंश नूं उज्जल करन वाला होवे। सतगुरु जी ने फरमाया कि भंगाणी दा युद्ध जित के इसदा जन्म होया। भंगाणी दा युद्ध जित के इसदा जन्म होया, इस बात इसदा नाम अजीत सिंह रख दिओ, जो बैरियां तो जित्या ना जावे, यही रखना ठीक है। माता जी ने साहिबजादे दा नाम बड़ी खुशी प्रसन्नता नाल सुन के होरनां नूं सुनाया, जिस नूं सुन के सब ने माता जी नूं बधाइयां दित्तियां अते साहिबजादे दे दर्शन करन वास्ते बहुत सिख संगतां भेटा लैके, जिस करके ये समा एक मेले का रूप धारण कर गया। कपड़ियां नगदी ते होर पदार्थां दे ढेर लग गए। मैं वेड़े खड़े अरदासां करदे ते सतगुरु जी किरपा दृष्टि नाल सारियां नूं निहाल करदे ते संगतां नूं खुशियां बख्शदे ते सबनां नूं महाराज जी निहाल करी जांदे ने ते सबनां नूं भाई सतगुरु जी खुशियां वंडदे ने। तां गुरमुख प्यारिओ, माता सुंदरी जी दी कुख दे ये साहिबजादे पैदा होए। भावें गुरमुख प्यारिओ माता जीता जी दे नाल पहला ब्याह महाराज जी दा होया ते यह माता सुंदरी जी दी कुख तो बाबा अजीत सिंह जी ते बाबा जुझार सिंह जी ये माता सुंदरी दी कुख तो पैदा होए। ते छोटे साहिबजादे माता जी दी माता जीतां दी कुख नूं बाद दे विच भाग लगे। भावें ब्याह महाराज जी दे नाल पहला होया सी, पर बाद दे विच माता जीतां जी दी कुख नूं बाद दे विच भाग लगे। जो छोटे साहिबजादे बाबा जोरावर सिंह ते बाबा फतेह सिंह जी, ये दो साहिबजादे माता जीतां दी कुख तो पैदा होए
ਤੇ ਵੱਡੇ ਸਾਹਿਬਜ਼ਾਦੇ ਮਾਤਾ ਸੁੰਦਰੀ ਜੀ ਦੀ ਕੁੱਖ ਤੋਂ ਪੈਦਾ ਹੋਏ ਸਨ। ਸੋ ਆਓ ਬਾਕੀ ਵਿਚਾਰਾਂ ਕਰਾਂਗੇ ਕੱਲ ਨੂੰ। ਗੁਰਬਾਣੀ ਪੜ੍ਹਦੇ ਸੁਣਦਿਆਂ ਕੋਲੋਂ ਇੱਕ ਨਹੀਂ ਨੇਕਾਂ ਹੀ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਚੁੱਕਾਂ ਹੋ ਜਾਂਦੀਆਂ ਨੇ। ਸੰਗਤਾਂ ਸਤਿਗੁਰੂ ਜੀ ਬਖਸ਼ਣਹਾਰ ਹਨ। ਅੱਗੋਂ ਬਾਤ ਤੇ ਸਥਿਤੀ ਮੇਰਾ ਪ੍ਰਯਤ ਰੱਖ ਕੇ ਸੁੱਧ ਸਪਸ਼ਟ ਗੁਰਬਾਣੀ ਪੜ੍ਹਨ ਦੀ, ਸੇਵਾ ਕਰਨ ਦੀ, ਕਥਾ ਕੀਰਤਨ ਕਰਨ ਦੀ ਸੋਝੀ ਆ ਜਾਏ। ਲੋਕ ਸੁਖੀਏ ਪਰਲੋਕ ਸਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਆਓ ਹੁਣ ਆਪਾਂ ਸ਼ਲੋਕ ਦੇ ਵਿੱਚ ਬੋਲਾਂਗੇ। ਅਰਦਾਸ ਹੁਕਮਨਾਮਾ ਸਾਹਿਬ। ਕੜਾ ਪ੍ਰਸਾਦ ਤਾਂ ਅੱਜ ਮੇਰੇ ਖਿਆਲ ਦੇਗ ਪਹੁੰਚੀ ਨਹੀਂ ਹੈਗੀ, ਕੱਲ ਆਪਾਂ ਵੀ ਬੋਲਣਾ ਭੁੱਲ ਗਏ ਮੇਰੇ ਖਿਆਲ। ਸੋ ਪ੍ਰਸਾਦ ਵਰਤਾਇਆ ਜਾਵੇਗਾ। ਆਓ ਸ਼ਲੋਕ ਦੇ ਵਿੱਚ ਬੋਲੀਏ। ਸ਼ਲੋਕ ਪਵਨ ਗੁਰੂ ਪਾਣੀ ਪਿਤਾ, ਮਾਤਾ ਤਰਤ ਮਹਤ, ਦਿਵਸ ਰਾਤ ਦੋ ਦਾਈ ਦਾਇਆ, ਖੇਲੇ ਸਗਲ ਜਗਤ, ਚੰਗਿਆਈਆਂ ਬੁਰਿਆਈਆਂ, ਬਾਚੈ ਧਰਮ ਹਦੂਰ, ਕਰਮੀ ਆਪੋ ਆਪਣੀ, ਕੇ ਨੇੜੇ ਕੇ ਦੂਰ, ਜਿਨੀ ਨਾਮ ਧਿਆਇਆ, ਗਏ ਮਸਕਤ ਕਾਲ, ਨਾਨਕ ਤੇ ਮੁਖੇ ਉਜਲੇ, ਕੀਤੀ ਛੁੱਟੀ ਨਾਲ, ਜਿਨੀ ਨਾਮ ਧਿਆਇਆ, ਗਏ ਮਸਕਤ ਕਾਲ, ਨਾਨਕ ਤੇ ਮੁਖੇ ਉਜਲੇ, ਕੀਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।